मैं उमेश कुमार सिंगला फास्ट वे ਦੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਪ੍ਰੋਗਰਾਮ ਚਾਹ ਤੇ ਚੁਸਕੀ ਲੈ ਕੇ ਅਸੀਂ ਅੱਜ ਰਾਮਪੁਰਾ ਫੂਲ ਤੋਂ ਹਾਜ਼ਰ ਹੋਏ ਹਾਂ। ਸਾਡੇ ਨਾਲ ਕੁਝ ਬੁੱਧੀਜੀਵੀ ਹਾਜ਼ਰ ਹਨ ਜਿਨ੍ਹਾਂ ਤੋਂ ਅਸੀਂ ਫੀਸਾਂ ਦੇ ਮਸਲੇ ਨੂੰ ਲੈ ਕੇ ਉਹਨਾਂ ਦੀ ਰਾਏ ਲਵਾਂਗੇ ਕਿ ਉਹਨਾਂ ਦਾ ਫੀਸਾਂ ਬਾਰੇ ਕੀ ਕਹਿਣਾ ਹੈ, ਕਿਉਂਕਿ ਪਿਛਲੇ ਦਿਨੀ ਕੋਵਿਡ ਦੌਰਾਨ ਸਕੂਲੀ ਫੀਸਾਂ ਦਾ ਮਸਲਾ ਇੱਕ ਵੱਡਾ ਮਸਲਾ ਉੱਭਰ ਕੇ ਆਇਆ ਹੈ, ਜਿਸ ਨੂੰ ਲੈ ਕੇ ਲੋਕਾਂ ਦੀਆਂ ਵੱਖ-ਵੱਖ ਰਾਇਵਾਂ ਹਨ ਤੇ ਸਕੂਲ ਵਾਲੇ ਵੀ ਚਾਹੁੰਦੇ ਸੀ ਕਿ ਉਹਨਾਂ ਦੇ ਫੀਸਾਂ ਭਰੀਆਂ ਜਾਣ ਤਾਂ ਕਿ ਉਹਨਾਂ ਦੇ ਸਕੂਲ ਕੰਟੀਨਿਊ ਹੋ ਸਕਣ। ਸਾਡੇ ਨਾਲ ਬੁੱਧੀਜੀਵੀ ਮਨਪ੍ਰੀਤ ਕੌਰ ਜੋ ਕਿ ਪ੍ਰੋਫੈਸ਼ਨਲ ਟੀਚਰ ਵੀ ਹਨ, ਉਹਨਾਂ ਤੋਂ ਜਾਣਾਂਗੇ ਉਹਨਾਂ ਦੇ ਇਸ ਸੰਬੰਧੀ ਕੀ ਵਿਚਾਰ ਹਨ। ਜੀ ਮਨਪ੍ਰੀਤ ਜੀ, ਤੁਹਾਡਾ ਸਵਾਗਤ ਹੈ ਫਾਸਟ ਵੇ 'ਤੇ। ਤੁਸੀਂ ਫੀਸਾਂ ਬਾਰੇ ਕੀ ਕਹਿਣਾ ਚਾਹੋਗੇ? ਜੋ ਸਕੂਲੀ ਫੀਸਾਂ ਹਨ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਹਨ ਕਿ ਕਿਸ ਤਰ੍ਹਾਂ ਉਹਨਾਂ ਦਾ ਹੋਣਾ ਚਾਹੀਦਾ? देखो, मैं यही कहना चाहूँगी कि पेरेंट्स ਨੂੰ ਸਕੂਲ ਦੀ ਜੋ ਫੀਸ ਹੈ, ਜੋ ਆਪਣੇ ਬੱਚਿਆਂ ਦੀ ਉਹ ਫੀਸ ਡਿਪੋਜ਼ਿਟ ਕਰਵਾਉਣੀ ਹੀ ਚਾਹੀਦੀ ਆ, ਕਿਉਂਕਿ ਟੀਚਰਸ ਵੀ ਦੇਖੋ ਆਪਣੇ ਐਫਰਟਸ ਕਰ ਰਹੇ ਆ, ਆਨਲਾਈਨ ਕਲਾਸਿਸ ਥਰੂ ਬੱਚਿਆਂ ਨੂੰ ਪੜ੍ਹਾ ਰਹੇ ਹੋ, ਕਿਸੇ ਨਾ ਕਿਸੇ ਤਰ੍ਹਾਂ ਆਪਣੇ ਲੈਕਚਰਸ ਤਾਂ ਬੱਚਿਆਂ ਨੂੰ ਡਿਲੀਵਰ ਕਰ ਹੀ ਰਹੇ ਹੈ। ਔਰ ਅਗਰ ਆਪਾਂ ਬਿਲਕੁਲ ਹੀ ਸਭ ਕੁਝ ਬੰਦ ਕਰਕੇ ਬੈਠ ਜਾਵਾਂਗੇ ਤਾਂ ਬੱਚਿਆਂ ਨੂੰ ਐਜੂਕੇਸ਼ਨ ਹੀ ਨਹੀਂ ਮਿਲਣੀ, ਔਰ ਦੇਖਿਆ ਜਾਏ ਤਾਂ ਪਹਿਲਾਂ ਹੀ ਜੋ ਫਿਊਚਰ ਹੈ ਬੱਚਿਆਂ ਦਾ ਉਹ ਪਹਿਲਾਂ ਹੀ ਖਤਰੇ 'ਚ ਹੈ। ਤਾਂ ਮੈਂ ਇਹੀ ਕਹਿਣਾ ਚਾਹੂँਗੀ ਕਿ ਜੋ ਫੀਸ ਹੈ ਉਹ ਪੇਰੈਂਟਸ ਨੂੰ ਡਿਪੋਜ਼ਿਟ ਕਰਵਾਉਣੀ ਹੀ ਚਾਹੀਦੀ ਹੈ। ਦੇਖੋ, ਮੈਂ ਵੀ ਇੱਕ ਟੀਚਰ ਹਾਂ, ਅਗਰ ਦੇਖਿਆ ਜਾਏ ਤਾਂ ਮੈਂ ਵੀ ਘਰ ਤੋਂ ਆਪਣਾ ਫਿਊਲ ਲਗਾ ਕੇ ਸਕੂਲ ਜਾ ਰਹੀ ਹਾਂ। ਚਲੋ ਅਸੀਂ ਨੈੱਟ ਪੈਕ ਵੀ ਆਪਣਾ ਰੀਚਾਰਜ ਕਰਵਾਉਂਦੇ ਹਾਂ, ਕੁਛ ਵੀ, ਤਾਂ ਉਹ ਵੀ ਸਾਡੇ ਖਰਚੇ ਹੈ। ਸਕੂਲ ਆਪਣੀ ਪੋਕਟ ਤੋਂ ਸਾਨੂੰ ਕੁਛ ਵੀ ਦੇ ਨਹੀਂ ਸਕਦਾ ਕਿ ਉਹ ਆਪਣੀ ਪੋਕਟ ਤੋਂ ਸਾਨੂੰ ਦੇਈ ਜਾਏਗਾ, ਇਹ ਵੀ ਪ੍ਰੋਪਰ ਮਤਲਬ ਹੈ ਨਹੀਂ ਗਾ। ਤਾਂ ਇੱਕ ਸਰਕਲ ਹੈ ਜੋ ਪੇਰੈਂਟਸ ਦੇ ਥਰੂ ਟੀਚਰ ਐਂਡ ਬੱਚਾ ਜੋ ਵੀ ਮੈਨੇਜਮੈਂਟ ਇਹ ਚੱਲਦਾ ਹੈ। ਅਗਰ ਪੇਰੈਂਟਸ ਫੀਸ ਡਿਪੋਜ਼ਿਟ ਕਰਾਉਣਗੇ ਦੈਨ ਮੈਨੇਜਮੈਂਟ ਸਾਨੂੰ ਦੇਣ ਦੇ ਏਬਲ ਹੋਊਗੀ ਕੁਛ ਵੀ। ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਪੇਰੈਂਟਸ ਨੂੰ ਫੀਸ ਡਿਪੋਜ਼ਿਟ ਕਰਵਾਉਣੀ ਚਾਹੀਦੀ ਹੈ ਤਾਂ ਕਿ ਜੋ ਟੀਚਰਸ ਹੈ ਉਹਨਾਂ ਦਾ ਵੀ ਘਰ ਚੱਲਦਾ ਹੋਏ। ਜਿਸ ਤਰ੍ਹਾਂ ਪਿਛਲੇ ਦਿਨੀ ਕਾਫੀ ਮਸਲਾ ਬਣ ਕੇ ਉੱਭਰਿਆ ਕਿ ਬਿਲਡਿੰਗ ਫੰਡਸ ਵਗੈਰਾ ਹੈਗੇ ਆ, ਸਕੂਲ ਦੇ ਵੱਖਰੇ ਖਰਚੇ ਹੈਗੇ ਆ, ਉਹਨਾਂ ਨੂੰ ਲੈ ਕੇ ਪੇਰੈਂਟਸ ਦਾ ਕਹਿਣਾ ਸੀ ਕਿ ਸਾਡੇ ਤੋਂ ਜੋ ਕੋਰਟਸ ਦੀਆਂ ਗਾਈਡਲਾਈਨਸ ਨੇ 50% ਫੀਸ ਭਰਵਾਈ ਜਾਵੇ ਜਾਂ ਫੀਸਾਂ ਘੱਟ ਕਰੇ ਜਾਣ ਤਾਂ ਜੋ ਉਹਨਾਂ ਨੂੰ ਫੀਸਾਂ ਭਰਨੀਆਂ ਸੌਖੀਆਂ ਰਹਿਣ, ਕਿਉਂਕਿ ਉਹਨਾਂ ਦੇ ਕੰਮਕਾਰ ਵੀ ਘਟੇ ਹਨ। ਉਹਨਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਗਰ ਮੈਂ ਆਪਣੇ ਸਕੂਲ ਦੀ ਗੱਲ ਕਰਦੀ ਹਾਂ ਤਾਂ ਉੱਥੇ ਕੋਈ ਬਿਲਡਿੰਗ ਫੰਡ ਵਗੈਰਾ ਅਸੀਂ ਤਾਂ ਨਹੀਂ ਲੈ ਰਹੇ। ਜਿਵੇਂ ਕਿ ਲਾਸਟ ਟਾਈਮ ਵੀ ਗੌਰਮੈਂਟ ਨੇ ਕਿਹਾ ਸੀ ਕਿ 88% ਫੀਸ ਲਈ ਜਾਵੇ, ਤਾਂ ਅਸੀਂ 88% ਹੀ ਟਿਊਸ਼ਨ ਫੀਸ ਲਈ ਹੈ। ਤਾਂ ਮਤਲਬ ਜੋ ਹੁਣ ਸਕੂਲ ਨੇ ਟੀਚਰਸ ਨੂੰ ਸੈਲਰੀਜ਼ ਵੀ ਦੇਣੀਆਂ, ਉਹ ਟਿਊਸ਼ਨ ਫੀਸ ਅਗਰ ਪੇਰੈਂਟਸ ਪੇ ਕਰ ਰਹੇ ਆ ਤਾਂ ਹੀ ਸਕੂਲ ਟੀਚਰ ਨੂੰ ਅੱਗੇ ਸੈਲਰੀ ਦੇਣ ਦੇ ਏਬਲ ਹੋਊਗਾ। ਤਾਂ ਇਸ ਕਰਕੇ ਜੋ ਐਕਸਟਰਾ ਚਾਰਜਿਸ ਆਈ ਥਿੰਕ ਮੈਨੂੰ ਨਹੀਂ ਲੱਗਦਾ ਕੋਈ ਵੀ ਸਕੂਲ ਲੈ ਰਿਹਾ ਹੋਏਗਾ। ਤਾਂ ਟਿਊਸ਼ਨ ਫੀਸ ਤਾਂ ਪੇਰੈਂਟਸ ਨੂੰ ਡਿਪੋਜ਼ਿਟ ਕਰਵਾਉਣੀ ਹੀ ਚਾਹੀਦੀ ਹੈ। ਤੁਸੀਂ ਕੀ ਸਮਝਦੇ ਹੋ ਕਿ ਜੋ ਸਰਕਾਰ ਨੂੰ ਕੋਈ ਨਿਯਮ ਤੈਅ ਕਰਨੇ ਚਾਹੀਦੇ ਨੇ, ਜਿਵੇਂ ਫੀਸਾਂ ਹਨ, ਫੀਸਾਂ ਘੱਟ ਕਰਨੀਆਂ ਚਾਹੀਦੀਆਂ ਹਨ, ਜਾਂ ਉਹਨਾਂ ਫੀਸਾਂ ਦੀ ਕੋਈ ਗਾਈਡਲਾਈਨ ਹੋਵੇ ਕਿ ਪ੍ਰਾਈਵੇਟ ਸਕੂਲ ਹੈਗੇ ਤਾਂ ਉਹਨਾਂ ਦਾ ਇੰਨਾ ਨਿਰਧਾਰਿਤ ਹੋਵੇਗਾ, ਜੇ ਸਰਕਾਰੀ ਨੇ ਤਾਂ ਉਹਨਾਂ ਦਾ ਆਲਮੋਸਟ ਨਿਰਧਾਰਿਤ ਹੀ ਹੁੰਦਾ ਹੈ? ਦੇਖੋ, ਜੋ ਕਈ ਪੇਰੈਂਟਸ ਹੈ, ਮੈਂ ਮੰਨਦੀ ਹਾਂ ਕਿ ਕੋਵਿਡ ਦੇ ਟਾਈਮ ਸਾਰੇ ਲੋਕਾਂ ਦੇ ਹੀ ਕੰਮਕਾਜ 'ਤੇ ਫਰਕ ਪਿਆ, ਪਰ ਕੁਛ ਆਪਾਂ ਜੇ ਖੇਤੀਬਾੜੀ ਨੂੰ ਲਾ ਲਈਏ, ਜ਼ਿਆਦਾਤਰ ਕਲਾਇੰਟਲ ਹੈਗੀ ਹੈ ਜਿਵੇਂ ਸਾਡੀ, ਉਹ ਖੇਤੀਬਾੜੀ ਤੋਂ ਰਿਲੇਟਿਡ ਹੈ, ਉਹ ਫੀਸ ਡਿਪੋਜ਼ਿਟ ਕਰਵਾ ਸਕਦੇ ਆ। ਹਾਂਜੀ, ਮੰਨ ਲਓ ਕਿਸੇ ਦੇ ਉੱਪਰ ਜ਼ਿਆਦਾ ਕੋਈ ਇਫੈਕਟ ਪਿਆ ਕੰਮ 'ਤੇ, ਉਹਨੂੰ ਆਪਾਂ ਉਹ ਮੰਥਲੀ ਫੀਸ ਦੇ ਸਕਦੇ ਹੋ, ਕੁਆਟਰ ਫੀਸ ਨਾ ਦੇਣ, ਇਕੱਠੀ ਫੀਸ ਨਹੀਂ ਦੇ ਸਕਦੇ, ਉਹ ਥੋੜ੍ਹਾ ਫਲੈਕਸੀਬਿਲਿਟੀ ਲੈ ਸਕਦੇ ਹੋ, ਥੋੜ੍ਹੀ ਥੋੜ੍ਹੀ ਫੀਸ ਕਰਕੇ ਡਿਪੋਜ਼ਿਟ ਕਰਵਾ ਸਕਦੇ ਆ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਪ੍ਰੀਤ ਜੀ। ਸਕੂਲੀ ਫੀਸਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਬੁੱਧੀਜੀਵਾਂ ਦੇ ਵੱਖ-ਵੱਖ ਵਿਚਾਰ ਹਨ, ਉੱਥੇ ਹੀ ਸਾਡੇ ਨਾਲ ਮਨਵਰ ਫਿਟਨੈਸ ਤੋਂ ਮਨਵਰ ਜੀ ਜੁੜੇ ਹਨ। ਮਨਵਰ ਖਾਨ ਜੋ ਕਿ ਇੱਕ ਸ਼ਹਿਰ ਦੇ ਨਾਮੀ ਫਿਟਨੈਸ ਟ੍ਰੇਨਰ ਵੀ ਹਨ ਅਤੇ ਉਹਨਾਂ ਦਾ ਇੱਕ ਟੀਚਿੰਗ ਪ੍ਰੋਫੈਸ਼ਨ ਵੀ ਹੈ। ਆਪਾਂ ਉਹਨਾਂ ਦੇ ਵਿਚਾਰ ਜਾਣਾਂਗੇ, ਉਹਨਾਂ ਤੋਂ ਰਾਏ ਲਵਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ। ਚਾਹ ਦੀ ਚੁਸਕੀਆਂ ਲੈਂਦੇ ਹੋਏ ਉਹਨਾਂ ਨੂੰ ਪੁੱਛਾਂਗੇ ਕਿ ਸਕੂਲੀ ਫੀਸਾਂ ਬਾਰੇ ਇਹਨਾਂ ਦਾ ਕੀ ਕਹਿਣਾ ਹੈ। ਹਾਂਜੀ ਮਨਵਰ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜੋ ਸਕੂਲੀ ਫੀਸਾਂ ਅੱਜ ਕੱਲ੍ਹ ਇੱਕ ਵੱਡਾ ਮੁੱਦਾ ਬਣੀਆਂ ਹੋਈਆਂ ਹਨ, ਚਾਹੇ ਕੋਵਿਡ ਦਾ ਮਸਲਾ ਸੀ, ਚਾਹੇ ਹੁਣ ਫਿਰ ਲੋਕਡਾਊਨ ਦੀ ਲੱਗਣ ਦੀ ਤਿਆਰੀ ਹੈ, ਤਾਂ ਸਕੂਲੀ ਫੀਸਾਂ ਲੈ ਕੀ ਕਹਿਣਾ ਚਾਹੋਗੇ? ਸਕੂਲੀ ਫੀਸਾਂ ਦਾ ਦੇਖੋ ਸਰ, ਇਸ ਤਰ੍ਹਾਂ ਗਾ, ਜੇ ਆਪਾਂ ਸਿਰਫ ਇੱਕ ਪਾਸੜ ਗੱਲ ਕਰੀਏ, ਇੱਕ ਪਾਸੇ ਨੂੰ ਲੈ ਕੇ ਕਿ ਪੇਰੈਂਟਸ ਨੂੰ ਜਿਹੜੀ ਦਿੱਕਤ ਆਉਂਦੀ ਹੈ ਕਿ ਬੱਚੇ ਘਰ ਰਹਿ ਕੇ ਜਿਹੜੇ ਆਨਲਾਈਨ ਸਟੱਡੀ ਕਰਦੇ ਆ, ਤਾਂ ਉਹ ਵੀ ਇੱਕ ਗਲਤ ਹੈ। ਮੈਂ ਐਜ਼ ਅ ਟੀਚਰ ਜੇ ਕਹਾਂ, ਜੇ ਮੇਰੇ ਕਾਲਜ ਦੇ ਵਿੱਚ ਬੱਚਿਆਂ ਦੀ ਫੀਸ ਨਹੀਂ ਆਊਗੀ ਤਾਂ ਮੇਰੀ ਸੈਲਰੀ ਵੀ ਉਹਦੇ ਨਾਲ ਰੁਕ ਜਾਣੀ ਆ। ਤਾਂ ਇੱਥੇ ਮੈਂ ਇਹ ਚਾਹੁੰਦਾ ਵੀ ਸਰਕਾਰ ਨੂੰ ਕੁਝ ਨਾ ਕੁਝ ਜਿਹੜਾ ਹੈ ਕੰਪਨਸੇਸ਼ਨ ਕਹਿ ਲਓ ਜਾਂ ਕੋਈ ਇਸ ਤਰ੍ਹਾਂ ਦਾ ਭੱਤਾ ਪ੍ਰੋਵਾਈਡ ਕਰਾਉਣਾ ਚਾਹੀਦਾ। ਸਕੂਲਾਂ ਦੀ ਹੈਲਪ ਹੋ ਜੇ, ਨਾਲੋਂ ਨਾਲ ਜਿਹੜਾ ਹੈ ਆਪਣਾ ਪੇਰੈਂਟਸ ਨੂੰ ਵੀ ਕੋਈ ਨਾ ਕੋਈ ਹੈਲਪ ਮਿਲੇ, ਰਿਲੈਕਸੇਸ਼ਨ ਹੋਵੇ, ਤਾਂ ਕਿ ਜਿਹੜੀ ਢੁਕਵੀਂ ਤਨਖਾਹ ਜਿੰਨੀ ਕੁ ਜ਼ਰੂਰਤ ਹੈ, ਜਿਹਦੇ ਐਂ ਕਹਿ ਲਓ ਵੀ
ਗੁਜ਼ਾਰਾ ਨਹੀਂ ਹੁੰਦਾ ਉਨੀ ਕੁ ਤਨਖਾਹ ਜਿਹੜੀ ਸੈਲਰੀ ਆ ਉਹ ਟੀਚਰ ਨੂੰ ਵੀ ਮਿਲ ਜੇ ਤੇ ਜਿਹੜੀ ਆਪਣੀ ਸਟੂਡੈਂਟਸ ਦੀ ਸਿੱਖਿਆ ਦਾ ਉਹ ਵੀ ਕੰਮ ਜਾਰੀ ਰਹੇ। ਜਿਸ ਤਰ੍ਹਾਂ ਸਰਕਾਰ ਵੱਲੋਂ ਗਾਈਡਲਾਈਨਸ ਨਿਰਧਾਰਤ ਹਨ ਕਿ ਸਕੂਲੀ ਫੀਸਾਂ ਇੱਥੋਂ ਤੱਕ ਹੋਣੀ ਚਾਹੀਦੀ, ਫਿਰ ਵੀ ਸਕੂਲ ਕਈ ਵਾਰ ਧੱਕਾ ਕਰ ਜਾਂਦੇ ਹਨ ਜਾਂ ਪੇਰੈਂਟਸ ਦਾ ਕਹਿਣਾ ਹੈ ਕਿ ਉਹਨਾਂ 'ਤੇ ਨਜਾਇਜ਼ ਬਿਲਡਿੰਗ ਫੰਡ ਵਗੈਰਾ ਥੋਪੇ ਜਾਂਦੇ ਹਨ, ਉਹਨਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ? ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਬਿਲਡਿੰਗ ਫੰਡਸ ਹੋਣੇ ਚਾਹੀਦੇ ਹਨ ਜਾਂ ਜਿਸ ਤਰ੍ਹਾਂ ਦੀ ਮਹਾਂਮਾਰੀ ਦੌਰਾਨ ਲੋਕਾਂ ਦੇ ਕੰਮ ਵੀ ਘਟੇ ਹਨ, ਪੈਸੇ ਵੀ ਲੋਕਾਂ ਕੋਲ ਘੱਟ ਹਨ, ਫਿਰ ਵੀ ਮਿਡਲ ਕਲਾਸ ਲੋਕਾਂ ਦੀ ਮਜਬੂਰੀ ਹੈ ਬੱਚਿਆਂ ਨੂੰ ਉਹਨਾਂ ਨੂੰ ਪੜ੍ਹਾਉਣਾ ਹੀ ਪਵੇਗਾ? ਬਿਲਕੁਲ ਜੀ ਬਿਲਕੁਲ, ਇਹੀ ਗੱਲ ਮੈਂ ਕਹਿ ਰਿਹਾ ਕਿ ਜਿਹੜਾ ਹੈ ਬਿਲਕੁਲ ਕਹਿ ਲਓ ਵੀ ਉਹਨਾਂ ਦੀਆਂ ਜੇਬਾਂ ਤੇ ਡਾਕਾ ਮਾਰਨ ਵਾਲਾ ਕੰਮ ਨਾ ਹੋਵੇ, ਕਿਉਂਕਿ ਫੰਡ ਜੇ ਆਪਾਂ ਲਿਸਟ ਦੇਖੀਏ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਫੰਡ ਉਹ ਆਪਦੇ ਕੋਲੋਂ ਚਲਾ ਰਹੇ ਹੁੰਦੇ ਆ। ਤਾਂ ਇੱਕ ਮਿਡਲ ਕਲਾਸ ਫੈਮਿਲੀ ਤੇ ਜਿਹੜਾ ਡਾਕਾ ਪੈਂਦਾ ਉਹਨਾਂ ਦੀ ਜੇਬ ਤੇ ਡਾਕਾ ਪੈਂਦਾ, ਤਾਂ ਇਹੋ ਜਿਹੇ ਦੌਰ ਦੇ ਵਿੱਚ ਜਿਵੇਂ ਕਹਿ ਲਓ ਕਾਫੀ ਤਰ੍ਹਾਂ ਦੇ ਖਰਚੇ ਉਹਨਾਂ ਦੇ ਘਟ ਵੀ ਜਾਂਦੇ ਆ, ਟਰੈਵਲਿੰਗ ਦਾ ਖਰਚਾ ਘਟ ਜਾਂਦਾ, ਆਉਣ ਜਾਣ ਦਾ ਨਹੀਂ ਕੋਈ ਹੈ ਇਸ ਤਰ੍ਹਾਂ ਦਾ ਇਸ਼ੂ ਆਉਂਦਾ, ਤਾਂ ਉਹ ਇੱਕ ਜਗ੍ਹਾ ਰਹਿ ਕੇ ਘਰ ਤੋਂ ਵੀ ਆਪਣੇ ਟੀਚ ਕਰ ਸਕਦੇ ਆ। ਤਾਂ ਫੀਸ ਦੇ ਵਿੱਚ ਰਿਲੈਕਸੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ, ਜਿਵੇਂ ਕਿ ਬਹੁਤੀਆਂ ਸੰਸਥਾਵਾਂ ਤਾਂ ਕਹਿ ਲਓ ਪੂਰਨ ਤੌਰ 'ਤੇ ਹੀ ਬੰਦ ਅੱਜ ਦੇ ਦੌਰ 'ਚ, ਤੇ ਉਹਨਾਂ ਸੰਸਥਾਵਾਂ 'ਤੇ ਜਿਹੜੇ ਪਰਿਵਾਰਾਂ ਦਾ ਘਰ ਚੱਲਦਾ ਤਾਂ ਉਹਨਾਂ ਲਈ ਫੀਸ ਦੇਣੀ ਜਿਹੜੀ ਆ ਉਹ ਮੁਸ਼ਕਲ ਵੀ ਹੈ। ਤਾਂ ਮੈਂ ਇਹ ਕਹਿਣਾ ਵੀ ਥੋੜ੍ਹੀ ਬਹੁਤੀ ਰਿਲੈਕਸੇਸ਼ਨ ਹੋਵੇ, ਫੀਸ ਦੇ ਵਿੱਚ ਕਟੌਤੀ ਕੀਤੀ ਜਾਵੇ ਤੇ ਇੱਕ ਜਿਵੇਂ ਕਹਿ ਲਓ ਕਿਸ਼ਤਾਂ ਦੇ ਵਿੱਚ ਕੀਤੀ ਜਾਵੇ, ਫੀਸ ਦਾ ਜਿਹੜੀ ਕਿਸ਼ਤਾਂ ਦੀ ਸਹੂਲਤ ਪ੍ਰੋਪਰ ਦਿੱਤੀ ਜਾਵੇ, ਉਹਦੇ ਨਾਲ ਵੀ ਕਾਫੀ ਜਿਹੜਾ ਹੈ ਸੌਖ ਮਿਲਦੀ ਹੈਗੀ ਇੱਕ ਆਪਣੇ ਮਿਡਲ ਕਲਾਸ ਫੈਮਿਲੀ ਨੂੰ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਫੀਸਾਂ ਦੇ ਫਿਰ ਵੀ ਨਿਰਧਾਰਤ ਜਿਸ ਤਰ੍ਹਾਂ ਹੈਗੀਆਂ ਤਾਂ ਉਹਨਾਂ ਦੀਆਂ ਕਿਸ਼ਤਾਂ ਵੀ ਹੋਣੀਆਂ ਚਾਹੀਦੀਆਂ ਹਨ, ਪਰ ਕਈ ਵਾਰ ਕੀ ਹੈ ਜਿਵੇਂ ਗੌਰਮੈਂਟ ਦੀ ਗਾਈਡਲਾਈਨਸ ਦੇ ਮੁਤਾਬਕ ਸਕੂਲ ਨਹੀਂ ਚੱਲਦੇ ਤਾਂ ਪ੍ਰਸ਼ਾਸਨਿਕ ਅਧਿਕਾਰੀ ਵੀ ਸੁੱਤੇ ਹੀ ਰਹਿ ਜਾਂਦੇ ਹਨ, ਕੋਈ ਕਾਰਵਾਈ ਨਹੀਂ ਕਰਦੇ। ਤਾਂ ਇਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰੋਪਰ ਇਸ 'ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਸਰਕਾਰ ਕੋਈ ਆਪਦੇ ਵੱਲੋਂ ਪੱਕੇ ਨਿਯਮ ਬਣਾ ਦੇਵੇ? ਦੇਖੋ ਪੱਕੇ ਨਿਯਮ ਵੀ ਮੈਂ ਤਾਂ ਚਾਹੁੰਦਾ ਬਣਾਉਣੇ ਚਾਹੀਦੇ ਆ, ਕਿਉਂਕਿ ਕਈ ਵਾਰੀ ਇਹ ਦੇਖਿਆ ਹੁਣ ਕਾਫੀ ਦਫਾ ਬੱਚਿਆਂ ਨਾਲ ਕਈ ਵਾਰੀ ਕੋਈ ਜਿਵੇਂ ਸਪੋਜ਼ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਤੁਹਾਨੂੰ, ਵੈਨ ਦੇ ਵਿੱਚ ਕੋਈ ਮੰਨ ਲਓ ਬੱਚਿਆਂ ਦੀ ਆਪਸ 'ਚ ਝੜਪ ਹੋ ਗਈ ਤਾਂ ਉਹਦੀ ਮੇਰੇ ਸਾਹਮਣੇ ਇੱਕ ਕੇਸ ਆਇਆ ਸੀ, ਮੈਂ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਕੇ ਕੰਪਲੇਂਟ ਕੀਤੀ ਉਹਦੀ, ਤੇ ਉੱਥੇ ਉਹਨਾਂ ਨੂੰ ਬਕਾਇਦਾ ਇਹ ਵੀ ਕਿਹਾ ਕਿ ਇੱਕ ਜਿਹੜਾ ਹੈ ਗਾਰਡ ਦੀ ਜ਼ਰੂਰਤ ਹੁੰਦੀ ਆ ਵੈਨ ਦੇ ਵਿੱਚ। ਤੇ 2 ਮਹੀਨਿਆਂ ਬਾਅਦ ਅਸੀਂ ਜਦੋਂ ਫੀਸ ਪੇ ਕਰਨ ਗਏ ਸਕੂਲ ਦੇ ਵਿੱਚ ਉਦੋਂ ਵੀ ਜਾ ਕੇ ਛਾਣਬੀਨ ਕੀਤੀ ਐਜ਼ ਅ ਪੇਰੈਂਟ, ਮੈਂ ਦੇਖਿਆ ਜਾ ਕੇ ਤੇ ਉੱਥੇ ਉਹ ਗਾਰਡ ਵੀ ਹੈ ਨਹੀਂ ਸੀ। ਤਾਂ ਕਾਫੀ ਇਸ ਤਰ੍ਹਾਂ ਦੀਆਂ ਊਣਤਾਈਆਂ ਜਿਹੜੀਆਂ ਸਾਡੀਆਂ ਪ੍ਰਾਈਵੇਟ ਸੰਸਥਾਵਾਂ 'ਚ ਵੀ ਚੱਲਦੀਆਂ, ਜਿਵੇਂ ਟੈਕਸ ਚੋਰੀ ਕਹਿ ਲਓ ਜਾਂ ਇਸ ਤਰ੍ਹਾਂ ਵੀ ਇੱਕ ਗਾਰਡ ਨੂੰ ਜਿਹੜੀ ਆ ਜ਼ਿਆਦਾ ਸੈਲਰੀ ਦੇਣੀ ਪਊ ਅਲੱਗ ਤੋਂ, ਉਹ ਸੈਲਰੀ ਦੀ ਵੀ ਬਚਤ ਕੀਤੀ ਜਾਂਦੀ ਆ। ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਉੱਥੇ ਉਹ ਆਪਣੇ ਪ੍ਰਾਈਵੇਟ ਸੰਸਥਾਵਾਂ ਵੀ ਜਿਹੜੀਆਂ ਹੈ ਊਣਤਾਈਆਂ ਕਰ ਜਾਂਦੀਆਂ ਨੇ। ਬਾਕੀ ਸਰਕਾਰ ਨੂੰ ਜੇ ਕਹਿ ਦਈਏ ਪ੍ਰੋਪਰ ਗਾਈਡਲਾਈਨਸ ਤੇ ਆਪਾਂ ਕਹਿ ਦਈਏ ਵੀ ਫੋਲੋ ਕਰਨ ਸਾਰੇ ਸਕੂਲ ਜਾਂ ਪ੍ਰਾਈਵੇਟ ਸੰਸਥਾਵਾਂ ਜਿਹੜੀਆਂ ਵਿਦਿਅਕ ਹੈਗੀਆਂ, ਤਾਂ ਉਹ ਮੈਨੂੰ ਲੱਗਦਾ ਵੀ ਮੁਸ਼ਕਿਲ ਆ, ਕਿਉਂਕਿ ਬਹੁਤੀਆਂ ਗੱਲਾਂ ਹਵਾਈ ਹੀ ਹੁੰਦੀਆਂ ਤੇ ਉਹਨਾਂ ਨੂੰ ਲਾਗੂ ਤਾਂ ਕੀਤਾ ਨਹੀਂ ਜਾ ਸਕਦਾ ਹੁੰਦਾ। ਕਿਉਂਕਿ ਪਿਛਲੇ ਦੌਰ ਦੇ ਵਿੱਚ ਦੇਖਿਆ ਹੀ ਆ ਜਦੋਂ ਕਿੰਨਾ ਟਾਈਮ ਲੋਕ ਘਰਾਂ ਦੇ ਵਿੱਚ ਤੜੇ ਰਹੇ ਸੀ ਤਾਂ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਜਾਂ ਉਹਨਾਂ ਦਾ ਕੋਈ ਭੱਤਾ ਜਿਹੜਾ ਲੋੜੀਂਦਾ ਉਹ ਵੀ ਕੁਝ ਨਹੀਂ ਮਿਲਿਆ ਸੀ। ਹਾਲਾਂਕਿ ਬਾਹਰਲੇ ਮੁਲਕਾਂ 'ਚ ਜਿਵੇਂ ਕੈਨੇਡਾ ਦੇ ਵਿੱਚ $2000 ਮੰਥਲੀ ਕਹਿੰਦੇ ਸਾਰਿਆਂ ਦੇ ਖਾਤਿਆਂ ਦੇ ਵਿੱਚ ਆਇਆ, ਉਹਨਾਂ ਨੂੰ ਘਰੇ ਬੈਠ ਕੇ ਵੀ ਕੋਈ ਦਿੱਕਤ ਨਹੀਂ ਆਈ। ਤਾਂ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਪੋਸੀਬਿਲਿਟੀ ਹੈਗੀ ਆ ਸਾਡੇ ਮੁਲਕ 'ਚ। ਸੋ ਇਹ ਸਨ ਵੱਖ-ਵੱਖ ਬੁੱਧੀਜੀਵੀ ਜਿਨ੍ਹਾਂ ਨੇ ਚਾਹ ਦੀਆਂ ਚੁਸਕਿਆਂ ਨਾਲ ਸਾਡੇ ਸ਼ੇਰੇ ਪੰਜਾਬ ਢਾਬਾ, ਜੋ ਕਿ ਰਾਮਪੁਰਾ ਫੂਲ ਦਾ ਸੁਪ੍ਰਸਿੱਧ ਤੇ ਪ੍ਰਸਿੱਧ ਢਾਬਾ ਹੈ ਜਿੱਥੇ ਦੀ ਚਾਹ ਬਹੁਤ ਮਸ਼ਹੂਰ ਹੈ, ਚਾਹ ਦੀਆਂ ਚੁਸਕਿਆਂ ਦੌਰਾਨ ਇਹਨਾਂ ਨੇ ਦੱਸਿਆ, ਆਪਣੇ ਵਿਚਾਰ ਰੱਖੇ ਕਿ ਫੀਸਾਂ ਨੂੰ ਲੈ ਕੇ ਜਿੱਥੇ ਸਰਕਾਰ ਨਿਯਮ ਤੈਅ ਕਰੇ ਉੱਥੇ ਹੀ ਪੇਰੈਂਟਸ ਨੂੰ ਵੀ ਥੋੜ੍ਹਾ ਬਹੁਤ ਗੁਜ਼ਾਰਿਸ਼ ਹੈ ਕਿ ਉਹ ਵੀ ਫੀਸਾਂ ਭਰਨ, ਤਾਂ ਕਿ ਜੋ ਟੀਚਰ ਪੜ੍ਹਾ ਰਹੇ ਹਨ ਉਹਨਾਂ ਦੀਆਂ ਤਨਖਾਹਾਂ ਬਹੁਤ ਜ਼ਿਆਦਾ ਨਹੀਂ ਹੁੰਦੀਆਂ, ਬਹੁਤ ਘੱਟ ਉਹਨਾਂ ਨੂੰ ਪੈਸੇ ਮਿਲਦੇ ਹਨ। ਸਕੂਲ ਉਹਨਾਂ ਦੇ ਪੈਸੇ ਵੀ ਰੋਕ ਲੈਂਦੇ ਹਨ ਅਤੇ ਉਹਨਾਂ ਨੂੰ ਪ੍ਰੋਪਰ ਪੈਸੇ ਨਹੀਂ ਦਿੰਦੇ ਕਿ ਸਾਡੇ ਕੋਲ ਸਕੂਲੀ ਫੀਸਾਂ ਨਹੀਂ ਆਈਆਂ। ਇਸ ਕਰਕੇ ਪੇਰੈਂਟਸ ਨੂੰ ਵੀ ਥੋੜ੍ਹੀ ਬਹੁਤ ਫੀਸਾਂ ਭਰਨੀਆਂ ਚਾਹੀਦੀਆਂ ਅਤੇ ਨਾਲ ਹੀ ਜੋ ਸਰਕਾਰ ਇਹਨਾਂ ਦੇ ਪੱਕੇ ਨਿਯਮ ਬਣਾਵੇ ਤਾਂ ਜੋ ਪੇਰੈਂਟਸ ਨੂੰ ਫੀਸ ਭਰਨੀ ਸੌਖੀ ਹੋਵੇ, ਅਤੇ ਨਾਲ ਹੀ ਸਕੂਲਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੀਆਂ ਕਿਸ਼ਤਾਂ ਬਣਾਉਣ ਤਾਂ ਜੋ ਕੋਵਿਡ ਦਾ ਜੋ ਮਹਾਂਮਾਰੀ ਦਾ ਟਾਈਮ ਹੈ ਫੀਸਾਂ ਭਰਨੀਆਂ ਪੇਰੈਂਟਸ ਨੂੰ ਵੀ ਸੌਖੀਆਂ ਰਹਿਣ ਅਤੇ ਉਹ ਕਿਸ਼ਤਾਂ ਵਿੱਚ ਇਹ ਫੀਸਾਂ ਦੇ ਸਕਣ। ਕੈਮਰਾਮੈਨ ਜੋਇਲ ਗਿੱਲ ਨਾਲ ਉਮੇਸ਼ ਸਿੰਗਲਾ, ਰਾਮਪੁਰਾ ਫੂਲ।